ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਪਟਿਆਲਾ ਦਰਪਣ 'ਚ ਨਿੱਘਾ ਸਵਾਗਤ ਹੈ। ਮੈਂ ਹਾਂ ਕਰਮਜੀਤ ਕੌਰ। ਇਸ ਪ੍ਰੋਗਰਾਮ ਦੇ ਜ਼ਰੀਏ ਹਰ ਵਾਰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਮੁਖਾਤਿਬ ਕੀਤਾ ਜਾਵੇ ਜਿਸ ਦੀਆਂ ਗੱਲਾਂ ਸੁਣ ਕੇ, ਜਿਸ ਨਾਲ ਮਿਲ ਕੇ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੇ ਜਾਂ ਫਿਰ ਸਮਾਜ ਲਈ ਕੁਝ ਕਰਨ ਦੀ ਪ੍ਰੇਰਨਾ ਮਿਲ ਸਕੇ। ਅੱਜ ਦੀ ਜ਼ਿੰਦਗੀ ਬਹੁਤ ਤਣਾਅਗ੍ਰਸਤ ਹੋਈ ਪਈ ਹੈ। ਹਰ ਉਮਰ ਵਰਗ ਇਸ ਤੋਂ ਪਰੇਸ਼ਾਨ ਹੈ। ਸੁੱਖ ਸਹੂਲਤਾਂ ਦੀ ਭਾਵੇਂ ਸਾਡੇ ਕੋਲ ਭਰਮਾਰ ਹੈ, ਪਰ ਮਨ ਦਾ ਸਕੂਨ ਕਿਤੇ ਗੁਆਚ ਗਿਆ ਹੈ। ਕਿਵੇਂ ਉਸ ਸਕੂਨ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਤੇ ਤਣਾਅ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰਕੇ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ। ਐਸੇ ਦੇ ਲਈ ਅੱਜ ਅਸੀਂ ਆਪਣੇ ਪ੍ਰੋਗਰਾਮ 'ਚ ਸੱਦਾ ਦਿੱਤਾ ਹੈ ਮੈਡਮ ਹਰਪ੍ਰੀਤ ਕੌਰ ਸੰਧੂ ਜੀ ਨੂੰ। ਸੋ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰੋਗਰਾਮ 'ਚ ਤੁਹਾਨੂੰ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਕਰਮਜੀਤ ਜੀ। ਸਭ ਤੋਂ ਪਹਿਲਾ ਸਵਾਲ ਜਿਹੜਾ ਜ਼ਿਹਨ 'ਚ ਆਉਂਦਾ ਹੈ ਉਹ ਇਹੀ ਹੈ ਕਿ ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡੀ ਪਰੇਸ਼ਾਨੀ ਆਖਰ ਹੈ ਕੀ? ਜੀ, ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਹੈ ਤਣਾਅ। ਅੱਜ ਦੇ ਸਮੇਂ ਵਿੱਚ ਅਸੀਂ ਹਰ ਕੰਮ ਦੇ ਵਿੱਚ ਤਣਾਅਗ੍ਰਸਤ ਰਹਿੰਦੇ ਹਾਂ। ਕੋਈ ਕੰਮ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਤਣਾਅ ਦੇ ਵਿੱਚ ਮਹਿਸੂਸ ਕਰਦੇ ਹਾਂ ਕਿ ਇਹ ਕੰਮ ਕਿਵੇਂ ਹੋਏਗਾ, ਠੀਕ ਹੋਏਗਾ, ਨਹੀਂ ਹੋਏਗਾ। ਇਹ ਸੋਚਾਂ ਸਾਨੂੰ ਘੇਰੀ ਰੱਖਦੀਆਂ ਹਨ ਤੇ ਸਾਡੇ ਕੰਮ ਕਰਨ ਦੀ ਸਮਰੱਥਾ 'ਤੇ ਵੀ ਅਸਰ ਪਾਉਂਦੀਆਂ ਹਨ। ਜੀ ਜੀ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਉਮਰ ਵਰਗ ਇਸ ਤਣਾਅ ਤੋਂ ਜ਼ਿਆਦਾ ਗ੍ਰਸਤ ਹੈ? ਇੱਦਾਂ ਹੈ ਕਰਮਜੀਤ ਜੀ ਕਿ ਵੈਸੇ ਤਾਂ ਦੇਖੋ ਤਣਾਅ ਹਰ ਇੱਕ ਉਮਰ ਦੇ ਵਿੱਚ ਹੈ, ਪਰ ਸਭ ਤੋਂ ਜ਼ਿਆਦਾ ਤਣਾਅਗ੍ਰਸਤ ਜਿਹੜਾ ਸਾਡਾ ਬੱਚਾ ਹੈ ਉਹ ਹੈ, ਔਰ ਖਾਸ ਤੌਰ ਤੇ ਕਿਸ਼ੋਰ ਵਰਗ ਦਾ ਬੱਚਾ। ਜਿਹੜਾ ਬੱਚਾ 10ਵੀਂ ਤੋਂ 12ਵੀਂ ਦੇ ਵਿੱਚ ਹੈ, ਉਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਹੈ ਜੀ, ਕਿਉਂਕਿ ਉਹਨਾਂ ਤੋਂ ਘਰਦਿਆਂ ਦੀਆਂ ਵੀ ਬਹੁਤ ਉਮੀਦਾਂ ਹਨ। ਬਹੁਤ ਕੁਝ ਹੈ ਜੋ ਘਰ ਦੇ ਉਹਨਾਂ ਤੋਂ ਉਮੀਦ ਕਰਦੇ ਹਨ, ਬਹੁਤ ਕੁਝ ਹੈ ਜੋ ਉਹ ਖੁਦ ਆਪਣੇ ਆਪ ਤੋਂ ਉਮੀਦ ਕਰਦੇ ਹਨ, ਬਹੁਤ ਚੀਜ਼ਾਂ ਅਜਿਹੀਆਂ ਹਨ ਜੋ ਸਮਾਜ ਉਹਨਾਂ ਤੋਂ ਉਮੀਦ ਕਰਦਾ ਹੈ, ਔਰ ਉਹਨਾਂ ਨੂੰ ਅਜਿਹੇ ਟੀਚੇ ਦੇ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਪੂਰੇ ਉਤਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਅਸੀਂ ਆਪਣੇ ਬੱਚੇ ਨੂੰ ਕਿਤੇ ਵੀ ਡਿੱਗਣਾ ਨਹੀਂ ਸਿਖਾਉਂਦੇ, ਹਾਰਨਾ ਨਹੀਂ ਸਿਖਾਉਂਦੇ, ਇਸ ਲਈ ਬੱਚਾ ਬਹੁਤ ਤਣਾਅ ਦੇ ਵਿੱਚ ਹੈ। ਬਿਲਕੁਲ। ਸੋ ਜੇ ਗੱਲ ਕਰੀਏ ਸਾਹਿਤ ਦੀ, ਤਾਂ ਸਾਹਿਤ ਕਿਸ ਤਰ੍ਹਾਂ ਇਸ ਤਣਾਅ ਨੂੰ ਘੱਟ ਕਰਨ ਲਈ ਸਹਾਇਕ ਹੋ ਸਕਦਾ ਹੈ? ਦੇਖੋ, ਸਾਹਿਤ ਇਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਇਸ ਦੇ ਕਈ ਤਰੀਕੇ ਹਨ। ਇੱਕ ਤਾਂ ਜਦੋਂ ਬੱਚਾ ਚੰਗੇ ਸਾਹਿਤ ਨਾਲ ਜੁੜਦਾ ਹੈ, ਚੰਗੀਆਂ ਗੱਲਾਂ ਨੂੰ ਸੁਣਦਾ ਹੈ, ਉਸਦੇ ਜਿਹੜੀ ਉਹਦੇ ਅੰਦਰ ਊਰਜਾ ਹੈ ਉਹ ਕਿਸੇ ਸਹੀ ਪਾਸੇ ਲੱਗਦੀ ਹੈ। ਇਸ ਨਾਲ ਉਹਦਾ ਤਣਾਅ ਵੀ ਘੱਟ ਹੁੰਦਾ ਹੈ ਤੇ ਉਸ ਨੂੰ ਅਜਿਹੀਆਂ ਹਾਲਤਾਂ ਦੇ ਵਿੱਚ ਦੂਜਿਆਂ ਨਾਲ ਕੀ ਬੀਤਦੀ ਹੈ ਉਸ ਦਾ ਪਤਾ ਲੱਗਦਾ ਹੈ। ਉਹ ਇਸ ਚੀਜ਼ ਨੂੰ ਬਖੂਬੀ ਸਮਝ ਸਕਦਾ ਹੈ ਕਿ ਅਜਿਹੀ ਹਾਲਤ ਦਾ ਸਾਹਮਣਾ ਉਹਨੇ ਕਿਸ ਤਰੀਕੇ ਨਾਲ ਕਰਨਾ ਹੈ। ਦੂਸਰੀ ਗੱਲ, ਜਦੋਂ ਬੱਚਾ ਸਾਹਿਤ ਨਾਲ ਜੁੜਦਾ ਹੈ ਤਾਂ ਉਹ ਸਾਹਿਤ ਸਿਰਜਣਾ ਵੱਲ ਵੀ ਧਿਆਨ ਦਿੰਦਾ ਹੈ, ਤੇ ਸਾਹਿਤ ਸਿਰਜਣਾ ਨਾਲ ਜੁੜਨ ਨਾਲ ਇਹ ਬਹੁਤ ਵੱਡਾ ਫਰਕ ਪੈਂਦਾ ਹੈ ਕਿ ਬੱਚੇ ਦੀ ਊਰਜਾ ਇੱਕ ਸਹੀ ਪਾਸੇ ਲੱਗ ਜਾਂਦੀ ਹੈ। ਉਹ ਆਪਣੀਆਂ ਭਾਵਨਾਵਾਂ ਨੂੰ ਇੱਕ ਸਹੀ ਤਰੀਕੇ ਨਾਲ ਦਰਸਾਉਂਦਾ ਹੈ, ਉਹਨਾਂ ਨੂੰ ਸਹੀ ਪਾਸੇ ਲਾ ਸਕਦਾ ਹੈ। ਬੱਚਿਆਂ 'ਚ ਵੱਧ ਰਹੇ ਤਣਾਅ ਦੀ ਗੱਲ ਅਸੀਂ ਕਰ ਰਹੇ ਹਾਂ, ਤਾਂ ਅਧਿਆਪਕਾਂ ਤੇ ਮਾਪਿਆਂ ਦਾ ਕੀ ਰੋਲ ਹੋ ਸਕਦਾ ਇਸ ਤਣਾਅ ਨੂੰ ਘੱਟ ਕਰਨ ਦੇ ਲਈ? ਦੇਖੋ, ਜੇ ਅੱਜ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਤਣਾਅ ਮਾਪੇ ਹੀ ਦੇ ਰਹੇ ਹਨ, ਕਿਉਂਕਿ ਮਾਪਿਆਂ ਦੀਆਂ ਉਮੀਦਾਂ ਬੱਚਿਆਂ ਤੋਂ ਬਹੁਤ ਜ਼ਿਆਦਾ ਹਨ। ਉਹ ਇਹ ਨਹੀਂ ਸਮਝਦੇ ਕਿ ਸਾਡੇ ਬੱਚੇ ਦੀ ਸਮਰੱਥਾ ਕੀ ਹੈ। ਹਰ ਬੱਚਾ ਹਰ ਇੱਕ ਚੀਜ਼ ਦੇ ਲਾਇਕ ਜਾਂ ਕਾਬਿਲ ਨਹੀਂ ਹੁੰਦਾ। ਕਿਸੇ ਬੱਚੇ ਦਾ ਇੰਟਰਸਟ ਕੁਝ ਹੋਰ ਹੁੰਦਾ ਹੈ, ਕਿਸੇ ਬੱਚੇ ਦੀ ਰੁਚੀ ਕੁਝ ਹੋਰ ਹੁੰਦੀ ਹੈ। ਹਰ ਬੱਚਾ ਆਪਣੀ ਰੁਚੀ ਦੇ ਮੁਤਾਬਕ ਕੰਮ ਕਰ ਸਕਦਾ ਹੈ। ਅਧਿਆਪਕ ਵੀ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦ ਰੱਖਦੇ ਹਨ ਤੇ ਉਹਨਾਂ ਨੂੰ ਲਗਾਤਾਰਤਾ ਬਣਾਈ ਰੱਖਣ ਦੇ ਵਿੱਚ ਮਦਦ ਕਰਦੇ ਹਨ ਕਿ ਉਹ ਉਹਨਾਂ ਟੀਚਿਆਂ ਨੂੰ ਹਾਸਿਲ ਕਰ ਸਕਣ ਜੋ ਉਹਨਾਂ ਨੇ ਆਪਣੇ ਆਪ ਲਈ ਮਿੱਥ ਲਏ ਹਨ। ਪਰ ਇੱਕ ਅਧਿਆਪਕ ਜੋ ਹੈ ਉਹ ਬੱਚੇ ਦਾ ਤਣਾਅ ਦੂਰ ਕਰਨ ਵਿੱਚ ਵੀ ਬਹੁਤ ਅਹਿਮ ਰੋਲ ਅਦਾ ਕਰ ਸਕਦਾ ਹੈ ਜੀ, ਕਿਉਂਕਿ ਦੇਖੋ, ਅਧਿਆਪਕ ਨਾਲ ਬੱਚਾ ਉਹ ਗੱਲ ਵੀ ਕਰ ਲੈਂਦਾ ਹੈ ਜਿਹੜੀ ਉਹ ਆਪਣੇ ਘਰਦਿਆਂ ਨਾਲ ਕਈ ਵਾਰ ਨਹੀਂ ਵੀ ਕਰਦਾ। ਜੋ ਘਰਦਿਆਂ ਤੋਂ ਉਹਨੂੰ ਪਰੇਸ਼ਾਨੀ ਮਿਲਦੀ ਹੈ ਜਾਂ ਜੋ ਤਣਾਅ ਮਿਲਦਾ ਹੈ, ਉਸ ਦਾ ਉਹਦੇ ਵਿਵਹਾਰ ਦੇ ਉੱਤੇ ਅਸਰ ਜ਼ਰੂਰ ਪੈਂਦਾ ਹੈ, ਤੇ ਅਧਿਆਪਕ ਬੜੇ ਆਸਾਨੀ ਨਾਲ ਇਸ ਗੱਲ ਨੂੰ ਸਮਝ ਜਾਂਦਾ ਹੈ ਕਿ ਇਹ ਬੱਚਾ ਤਣਾਅਗ੍ਰਸਤ ਹੈ। ਅਧਿਆਪਕ ਉਸ ਨੂੰ ਸਹੀ ਸੇਧ ਦੇ ਸਕਦਾ ਹੈ, ਉਸ ਦੀ ਗੱਲ ਨੂੰ ਸੁਣ ਕੇ, ਸਮਝ ਕੇ। ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਧਿਆਪਕ ਮਾਪਿਆਂ ਨਾਲ ਵੀ ਜੁੜਿਆ ਹੁੰਦਾ ਹੈ ਤੇ ਉਹ ਮਾਪਿਆਂ ਨੂੰ ਵੀ ਇਹ ਗੱਲ ਸਮਝਾ ਸਕਦਾ ਹੈ ਕਿ ਤੁਸੀਂ ਆਪਣੇ ਬੱਚੇ ਤੇ ਇੰਨਾ ਜਿਹੜਾ ਹੈ ਵਾਧੂ ਜ਼ੋਰ ਨਾ ਪਾਓ, ਜਾਂ ਇਹਦੀ ਸਮਰੱਥਾ ਇਹ ਹੈ ਜਾਂ ਇਹਦੀ ਰੁਚੀ ਇਸ ਫੀਲਡ ਦੇ ਵਿੱਚ ਹੈ, ਇਹਨੂੰ ਉਸ ਪਾਸੇ ਲਾਇਆ ਜਾਵੇ। ਸੋ ਮਾਪੇ ਤੇ ਅਧਿਆਪਕ ਇੱਕ ਬਹੁਤ ਅਹਿਮ ਕੜੀ ਬਣ ਸਕਦੇ ਹਨ ਅਗਰ ਉਹ ਮਿਲ ਕੇ ਚੱਲਣ ਤਾਂ। ਬਿਲਕੁਲ, ਇਹ ਅਸੀਂ ਆਮ ਹੀ ਦੇਖਦੇ ਹਾਂ ਕਿ ਬੱਚੇ ਨੇ ਜਿਹੜੇ ਅਧਿਆਪਕ ਦੀ ਗੱਲ ਨੂੰ ਜ਼ਿਆਦਾ ਮੰਨਦੇ ਨੇ। ਜਿਵੇਂ ਤੁਸੀਂ ਕਿਹਾ ਕਿ ਅਧਿਆਪਕ ਨੇ ਜਿਹੜੇ
ਬੱਚੇ ਉਹਨਾਂ ਨਾਲ ਉਹ ਗੱਲਾਂ ਵੀ ਸ਼ੇਅਰ ਕਰ ਲੈਂਦੇ ਨੇ ਜਿਹੜੇ ਉਹ ਆਪਣੇ ਮਾਪੇ ਨਾਲ ਜੀ। ਨਹੀਂ ਕਰ ਸਕਦੇ। ਸੋ ਅਧਿਆਪਕ ਦਾ ਰੋਲ ਬੇਹੱਦ ਅਹਿਮ ਹੈ, ਨਾਲੋਂ ਨਾਲ ਮਾਪਿਆਂ ਦਾ ਵੀ ਹੈ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਬੱਚਿਆਂ ਦੀ ਸਮਰੱਥਾ ਨੂੰ ਸਮਝਣਾ ਚਾਹੀਦਾ ਹੈ। ਜੀ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦਾ ਦੌਰ ਬਹੁਤ ਤੇਜ਼ ਹੈ ਤੇ ਬੱਚੇ ਇਹਦੇ ਪ੍ਰਭਾਵ ਹੇਠ ਬਹੁਤ ਜ਼ਿਆਦਾ ਨੇ, ਖਾਸ ਤੌਰ ਤੇ ਯੰਗ ਜਨਰੇਸ਼ਨ। ਵੈਸੇ ਤਾਂ ਸਾਰੇ ਹੀ ਉਮਰ ਵਰਗਾਂ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਪਰ ਜੇ ਅਸੀਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਹੈ। ਤੁਸੀਂ ਕੀ ਦੇਖਦੇ ਹੋ ਕਿ ਕੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀ ਤਣਾਅ ਦਾ ਕਾਰਨ ਹੈ? ਜੀ ਬਿਲਕੁਲ, ਸੋਸ਼ਲ ਮੀਡੀਆ ਤਣਾਅ ਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਸੋਸ਼ਲ ਮੀਡੀਆ ਇੱਕ ਮੁਕਾਬਲੇ ਦੀ ਭਾਵਨਾ ਨੂੰ ਜਨਮ ਦਿੰਦਾ ਹੈ। ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਇੰਨੀ ਤੇਜ਼ੀ ਨਾਲ ਫੈਲਦੀ ਹੈ ਕਿ ਉਹ ਘਰ ਘਰ ਵਿੱਚ ਪਹੁੰਚ ਜਾਂਦੀ ਹੈ। ਉਸ ਜਿੱਦਾਂ ਹੁਣ ਮੰਨ ਲਓ ਕਿਸੇ ਬੱਚੇ ਨੇ ਟੌਪ ਕੀਤਾ, ਖਬਰ ਘਰ ਘਰ ਵਿੱਚ ਪਹੁੰਚ ਗਈ, ਮਾਂ-ਬਾਪ ਉਸੇ ਟਾਈਮ ਆਪਣੇ ਬੱਚੇ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਦੇਖੋ ਇਹਨੇ ਇੱਦਾਂ ਕੀਤਾ, ਤੁਸੀਂ ਇਹ ਕਿਉਂ ਨਹੀਂ ਕਰ ਸਕਦੇ, ਜਾਂ ਤੁਸੀਂ ਇਸ ਦੇ ਲਾਇਕ ਨਹੀਂ ਹੋ। ਉਹ ਇੱਕ ਨੈਗੇਟਿਵਿਟੀ ਜਿਹੜੀ ਬੱਚੇ ਦੇ ਵਿੱਚ ਆ ਜਾਂਦੀ ਹੈ, ਇੱਕ ਨਕਾਰਾਤਮਕਤਾ ਬੱਚੇ ਦੇ ਵਿੱਚ ਭਰ ਜਾਂਦੀ ਹੈ, ਉਹ ਸਿਰਫ ਸੋਸ਼ਲ ਮੀਡੀਆ ਦੀ ਹੀ ਦੇਣ ਹੁੰਦੀ ਹੈ, ਕਿਉਂਕਿ ਖਬਰ ਬੜੀ ਤੇਜ਼ੀ ਨਾਲ ਫੈਲਦੀ ਹੈ ਔਰ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਬੱਚਿਆਂ ਤੱਕ ਪਹੁੰਚਦੀਆਂ ਹਨ ਜਿਹੜੀਆਂ ਉਹਨਾਂ ਲਈ ਜ਼ਰੂਰੀ ਨਹੀਂ ਹੁੰਦੀਆਂ। ਦੂਸਰੀ ਗੱਲ, ਸੋਸ਼ਲ ਮੀਡੀਆ ਨੇ ਬੱਚਿਆਂ ਦਾ ਧਿਆਨ ਬਹੁਤ ਵੰਡਾਇਆ ਵੀ ਹੈ। ਜਿਹੜੀ ਊਰਜਾ ਬੱਚੇ ਨੇ ਆਪਣੀ ਪੜ੍ਹਾਈ ਵਿੱਚ, ਆਪਣੀ ਰੁਚੀ ਦੇ ਕੰਮਾਂ ਵਿੱਚ ਜਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਲਾਉਣੀ ਹੈ, ਉਹ ਸਾਰੀ ਊਰਜਾ ਉਹਦੀ ਸੋਸ਼ਲ ਮੀਡੀਆ ਤੇ ਲੱਗ ਰਹੀ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਬੱਚੇ ਕੋਈ ਟਿਕਟੌਕ ਬਣਾਉਂਦੇ ਹਨ, ਕੋਈ ਵੀਡੀਓਜ਼ ਬਣਾਉਂਦੇ ਹਨ, ਉਹਨਾਂ ਦਾ ਸਾਰਾ ਧਿਆਨ ਇਸੇ ਪਾਸੇ ਹੀ ਲੱਗਾ ਹੋਇਆ ਹੈ। ਉਹ ਸੋਸ਼ਲ ਮੀਡੀਆ ਤੋਂ ਕੋਈ ਚੰਗੀ ਜਾਣਕਾਰੀ ਪ੍ਰਾਪਤ ਕਰਨ ਤੋਂ ਦੂਰ ਰਹਿ ਜਾਂਦੇ ਹਨ ਤੇ ਇਸ ਤਰੀਕੇ ਨਾਲ ਨਕਾਰਾਤਮਕਤਾ ਵੱਧਦੀ ਹੈ। ਜਦੋਂ ਨਕਾਰਾਤਮਕਤਾ ਵਧੇਗੀ ਤਾਂ ਤਣਾਅ ਆਪਣੇ ਆਪ ਹੀ ਵੱਧ ਜਾਂਦਾ ਹੈ। ਬਿਲਕੁਲ। ਸੋ ਕਿਤੇ ਨਾ ਕਿਤੇ ਦਿਖਾਵੇ ਨੂੰ ਵੀ ਇਹ ਚੀਜ਼ ਉਤਸ਼ਾਹਿਤ ਕਰਦੀ ਹੈ। ਜਦੋਂ ਅਸੀਂ ਹਰ ਵਕਤ ਬੱਚੇ ਨੇ ਆਪਣਾ ਜ਼ਿਆਦਾ ਸਮਾਂ ਪੜ੍ਹਾਈ ਦੀ ਥਾਂ ਤੇ ਸੋਸ਼ਲ ਮੀਡੀਆ ਤੇ ਬਿਤਾਉਣਗੇ, ਦੂਸਰਿਆਂ ਨੂੰ ਜਿੱਦਾਂ ਜਿਉਂਦਾ ਵੇਖਦੇ ਨੇ, ਉਹ ਜਿਵੇਂ ਅਸੀਂ ਕਹੀਏ ਕਿ ਰੀਅਲ ਲਾਈਫ ਨੂੰ ਰੀਅਲ ਲਾਈਫ ਸਮਝ ਲੈਂਦੇ ਨੇ। ਸੋ ਇਹਦੇ ਵਿੱਚ ਫਰਕ ਕਰਨਾ ਵੀ ਬੇਹੱਦ ਜ਼ਰੂਰੀ ਹੈ ਜੇ ਅਸੀਂ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਰੱਖਣਾ ਹੈ। ਜੀ ਬਿਲਕੁਲ, ਇਹ ਸਭ ਤੋਂ ਵੱਡੀ ਸਮੱਸਿਆ ਹੀ ਅੱਜ ਕੱਲ੍ਹ ਇਹ ਆ ਰਹੀ ਹੈ ਕਿ ਅਸੀਂ ਇੱਕ ਰੀਅਲ ਲਾਈਫ ਨੂੰ ਫੋਲੋ ਕਰ ਰਹੇ ਹਾਂ। ਅਸੀਂ ਇਹ ਸੋਚਦੇ ਹਾਂ ਕਿ ਜ਼ਿੰਦਗੀ ਅਜਿਹੀ ਹੋਣੀ ਚਾਹੀਦੀ ਹੈ। ਜਿਵੇਂ ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਣ ਦੇਵਾਂਗੀ ਕਿ ਟੀਵੀ ਦੇ ਪ੍ਰੋਗਰਾਮ ਵਿੱਚ ਜਾਂ ਸੋਸ਼ਲ ਮੀਡੀਆ ਤੇ ਕਿਸੇ ਚੈਨਲ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਬੱਚਾ ਕਿਸੇ ਗੱਲੋਂ ਘਰੋਂ ਰੁੱਸ ਗਿਆ, ਉਹ ਚਲਾ ਗਿਆ, ਉਸ ਤੋਂ ਬਾਅਦ ਉਹਦਾ ਇੱਕ ਬੜਾ ਸੋਹਣਾ ਕਮਰਾ ਹੈ, ਜਿਸ ਤਰ੍ਹਾਂ ਦੇ ਪਤੰਗ ਟੰਗੇ ਹਨ, ਸਾਈਕਲ ਹੈ। ਹੁਣ ਬੱਚੇ ਨੂੰ ਇਹ ਸਮਝ ਨਹੀਂ ਹੈ ਕਿ ਇਹ ਡਰਾਮਾ ਹੈ, ਇਹ ਸਾਰਾ ਕੁਝ ਨਿਰਦੇਸ਼ਕ ਦੁਆਰਾ ਦਿੱਤਾ ਗਿਆ ਹੈ। ਬੱਚਾ ਇਹ ਸੋਚਦਾ ਹੈ ਕਿ ਮੈਨੂੰ ਘਰਦਿਆਂ ਨੇ ਕੋਈ ਗੱਲ ਕਹੀ, ਮੈਂ ਇਹਨਾਂ ਦੀ ਗੱਲ ਨਹੀਂ ਮੰਨ ਕੇ ਅਗਰ ਘਰ ਛੱਡ ਕੇ ਚਲਾ ਜਾਵਾਂਗਾ ਤੇ ਸਭ ਕੁਝ ਮੈਨੂੰ ਵੀ ਮਿਲ ਜਾਏਗਾ। ਉਹ ਇੱਕ ਖਿਆਲੀ ਦੁਨੀਆ ਦੇ ਵਿੱਚ ਜੀ ਰਿਹਾ ਹੈ, ਜਿਹੜੀ ਕਿ ਸਿਰਫ ਖਿਆਲਾਂ ਤੇ ਆਧਾਰਿਤ ਹੈ, ਜਿਸ ਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਬੱਚਾ ਇਸ ਚੀਜ਼ ਨੂੰ ਸਮਝਣ ਤੋਂ ਅਸਮਰੱਥ ਹੈ, ਮਾਪੇ ਸਮਝਾਉਣ ਤੋਂ ਅਸਮਰੱਥ ਹਨ। ਇਸ ਤਰੀਕੇ ਨਾਲ ਇੱਕ ਭੁਲੇਖੇ ਦੀ ਦੁਨੀਆ ਦੇ ਵਿੱਚ ਬੱਚੇ ਜੀ ਰਹੇ ਹਨ। ਮਾਂ-ਬਾਪ ਵੀ ਉਸ ਵਿੱਚ ਹੀ ਜੀ ਰਹੇ ਹਨ। ਜਦੋਂ ਉਹ ਜ਼ਰੂਰਤ ਤੋਂ ਵੱਧ ਉਮੀਦਾਂ ਬੱਚਿਆਂ ਨਾਲ ਜੋੜ ਲੈਂਦੇ ਹਨ ਤਾਂ ਉਹ ਵੀ ਇੱਕ ਭੁਲੇਖਿਆਂ ਦੀ ਦੁਨੀਆ ਹੀ ਹੈ। ਇਹ ਸਾਰਾ ਇਸੇ ਦੀ ਦੇਣ ਹੈ। ਸੋ ਇਹਨਾਂ ਭੁਲੇਖਿਆਂ ਤੋਂ ਦੂਰ ਰਹਿਣਾ ਹੋਏਗਾ ਜੇ ਅਸੀਂ ਖੁਸ਼ਹਾਲ ਜ਼ਿੰਦਗੀ ਜਿਉਣੀ ਹੈ, ਤਣਾਅ ਮੁਕਤ ਜ਼ਿੰਦਗੀ ਜਿਉਣੀ ਹੈ। ਜੀ ਬਹੁਤ ਜ਼ਰੂਰੀ ਹੈ ਅਸੀਂ ਤਣਾਅ ਤੋਂ ਦੂਰ ਰਹੀਏ। ਇਸ ਦੇ ਬਹੁਤ ਸਾਰੇ ਤਰੀਕੇ ਵੀ ਹਨ ਕਿ ਅਸੀਂ ਕਿਵੇਂ ਤਣਾਅ ਤੋਂ ਦੂਰ ਰਹਿ ਸਕਦੇ ਹਾਂ। ਸਾਨੂੰ ਆਪਣੇ ਆਪ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ, ਜੋ ਅੱਜ ਦੀ ਦੌੜ ਭਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਸਾਡੇ ਕੋਲ ਨਹੀਂ ਹੈ। ਅਸੀਂ ਹਰ ਇੱਕ ਨੂੰ ਸਮਾਂ ਦਿੰਦੇ ਹਾਂ ਪਰ ਆਪਣੇ ਆਪ ਨੂੰ ਨਹੀਂ, ਔਰ ਇਹ ਵੀ ਇੱਕ ਤਣਾਅ ਦਾ ਬਹੁਤ ਵੱਡਾ ਕਾਰਨ ਹੈ। ਤੇ ਸਾਨੂੰ ਆਪਣੀ ਜੀਵਨ ਜਾਂਚ ਉਹ ਕਿਵੇਂ ਬਦਲਣੀ ਚਾਹੀਦੀ ਹੈ? ਆਪਣੀ ਡੇਲੀ ਰੂਟੀਨ ਹੈ, ਜਿਹੜੀ ਆਪਣਾ ਜਿਉਣ ਦਾ ਢੰਗ ਹੈ, ਉਹ ਕਿਵੇਂ ਬਦਲੀਏ ਕਿ ਅਸੀਂ ਸਟ੍ਰੈਸ ਫ੍ਰੀ ਲਾਈਫ ਜੀ ਸਕੀਏ? ਜੀ ਦੇਖੋ, ਇਹਦੇ ਵਿੱਚ ਬਦਲਾਅ ਕਰਨਾ ਤਾਂ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਨੂੰ ਕੁਝ ਸਮਾਂ ਆਪਣੇ ਆਪ ਨੂੰ ਦੇਣਾ ਚਾਹੀਦਾ ਹੈ। ਜੇ ਬਹੁਤਾ ਨਹੀਂ ਤਾਂ ਦਿਨ ਵਿੱਚ ਕਮ ਸੇ ਕਮ 10 ਮਿੰਟ ਆਪਣੇ ਆਪ ਨਾਲ ਬਿਤਾਓ, ਜਿਸ ਸਮੇਂ ਤੁਸੀਂ ਆਪਣੀ ਪੜਚੋਲ ਕਰੋ। ਤੁਸੀਂ ਇਹ ਦੇਖੋ ਕਿ ਸਾਰੇ ਦਿਨ ਵਿੱਚ ਤੁਹਾਡੀ ਜੋ ਕਾਰਗੁਜ਼ਾਰੀ ਰਹੀ, ਕੀ ਉਹ ਸਹੀ ਰਹੀ, ਕੀ ਤੁਹਾਡੇ ਤੋਂ ਕੋਈ ਗਲਤੀ ਹੋਈ। ਜੇ ਗਲਤੀ ਹੋ ਗਈ ਤਾਂ ਉਹਦਾ ਤਣਾਅ ਲੈਣ ਦੀ ਬਜਾਏ ਉਸ ਗਲਤੀ ਨੂੰ ਨਾ ਦੁਹਰਾਉਣ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਤੁਸੀਂ ਜਿਵੇਂ ਕੰਪਿਊਟਰ ਦੇ ਵਿੱਚ 3 ਕੀਜ਼ ਬਹੁਤ ਇੰਪੋਰਟੈਂਟ ਨੇ, ਕੰਟਰੋਲ, ਆਲਟਰ ਤੇ ਡਿਲੀਟ। ਮੈਂ ਇਹ ਸੋਚਦੀ ਹਾਂ ਕਿ ਭਾਵਨਾਵਾਂ ਦੇ ਵਿੱਚ ਵੀ ਇਹ 3 ਚੀਜ਼ਾਂ ਬਹੁਤ ਮਹੱਤਵਪੂਰਨ ਹਨ। ਸਾਨੂੰ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿੱਖਣਾ ਚਾਹੀਦਾ ਹੈ, ਉਹਨਾਂ ਤੇ ਕਾਬੂ ਰੱਖਣਾ ਚਾਹੀਦਾ ਹੈ। ਫਿਰ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਆਲਟਰ ਕਰਨਾ ਆਉਣਾ ਚਾਹੀਦਾ ਹੈ, ਉਹਨਾਂ ਦੀ ਦਿਸ਼ਾ ਬਦਲਣੀ ਬਹੁਤ ਜ਼ਰੂਰੀ ਹੈ। ਅਸੀਂ ਕਿਸ ਪੱਖੋਂ ਕਿਸੇ ਚੀਜ਼ ਨੂੰ ਦੇਖ ਰਹੇ ਹਾਂ ਉਸ ਨੂੰ ਬਦਲਣਾ ਜ਼ਰੂਰੀ ਹੈ, ਆਪਣਾ ਨਜ਼ਰੀਆ ਬਦਲਣਾ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਡਿਲੀਟ ਕਰ ਦੇਣਾ। ਬਹੁਤ ਸਾਰੀਆਂ ਗੱਲਾਂ ਨੂੰ ਜ਼ਿੰਦਗੀ ਵਿੱਚੋਂ ਡਿਲੀਟ ਕਰ ਦੇਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਮੁੱਦੇ ਨਾਲ, ਕਿਸੇ ਗੱਲ ਨਾਲ ਜੁੜ ਜਾਂਦੇ ਹਾਂ ਤੇ ਉਸ ਨੂੰ ਖਿੱਚੀ ਜਾਂਦੇ ਹਾਂ, ਉਹ ਤਣਾਅ ਦਾ ਇੱਕ ਕਾਰਨ ਬਣਦੀ ਹੈ। ਅਜਿਹੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਡਿਲੀਟ ਕਰ ਦੇਣਾ ਚਾਹੀਦਾ ਹੈ। ਕੋਈ ਗੱਲ ਹੋ ਗਈ, ਗਲਤੀ ਇਨਸਾਨ ਤੋਂ ਹੀ ਹੁੰਦੀ ਹੈ। ਜਿਵੇਂ ਦੇਖੋ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਹਨ, ਮਾਂ-ਬਾਪ ਅਗਰ ਬਾਰ-ਬਾਰ ਬੱਚੇ ਨੂੰ ਉਹੀ ਸੁਣਾਈ ਜਾਣਗੇ
ਕਿ ਤੂੰ ਇਸ ਹਾਲਾਤ ਦੇ ਵਿੱਚ ਇਦਾਂ ਕੀਤਾ ਸੀ, ਤਾਂ ਉਹ ਬੱਚਾ ਉਸ ਗਲਤੀ ਚੋਂ ਕਦੀ ਉੱਭਰ ਨਹੀਂ ਪਾਏਗਾ। ਉਹਨਾਂ ਨੂੰ ਭੁੱਲ ਕੇ ਅੱਗੇ ਵਧਣਾ ਹੀ ਜ਼ਰੂਰੀ ਹੈ। ਸੋ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਚਾਹੀਦੀ ਹੈ। ਥੋੜਾ ਜਿਹਾ ਸਾਨੂੰ ਆਪਣੇ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ। ਜਿਹੜੀ ਬੱਚਿਆਂ ਦਾ ਇੱਕ ਦੂਜੇ ਬੱਚਿਆਂ ਨਾਲ ਖੇਡਣਾ ਬਹੁਤ ਜ਼ਰੂਰੀ ਹੈ, ਬਜਾਏ ਕਿ ਉਹ ਵੀਡੀਓ ਗੇਮਸ ਖੇਡਣ ਜਾਂ ਉਹ ਕੋਈ ਕੰਪਿਊਟਰ ਤੇ ਜਾਂ ਲੈਪਟਾਪ ਤੇ ਕੋਈ ਗੇਮਾਂ ਖੇਡਣ। ਬੱਚੇ ਦਾ ਇੱਕ ਦੂਜੇ ਨਾਲ ਜੁੜਾਵ ਹੋਣਾ ਬਹੁਤ ਜ਼ਰੂਰੀ ਹੈ। ਬੱਚੇ ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਹਨ ਜਦੋਂ ਉਹ ਇੱਕ ਦੂਜੇ ਨਾਲ ਜੁੜਦੇ ਹਨ। ਸੋ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਦੀ ਬਹੁਤ ਲੋੜ ਹੈ। ਬਿਲਕੁਲ। ਤੇ ਨੈਗੇਟਿਵਿਟੀ ਦੀ ਜੇ ਗੱਲ ਕਰੀਏ ਤਾਂ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ। ਹਰ ਚੀਜ਼ 'ਚੋਂ ਅਸੀਂ ਹਰ ਗੱਲ 'ਚੋਂ ਸਾਨੂੰ ਨੈਗੇਟਿਵ ਪੱਖ ਹੀ ਦੇਖਦੇ ਹਾਂ, ਬਜਾਏ ਕਿ ਉਹਦਾ ਪੋਜ਼ਿਟਿਵ ਪੱਖ ਦੇਖਣ ਦੇ। ਕਿਤੇ ਨਾ ਕਿਤੇ ਇਹ ਚੀਜ਼ ਵੀ ਤਣਾਅ ਨੂੰ ਵਧਾਉਂਦੀ ਹੈ। ਬਿਲਕੁਲ ਜੀ, ਨਕਾਰਾਤਮਕਤਾ ਤੇ ਤਣਾਅ ਦਾ ਤਾਂ ਸਿੱਧਾ ਹੀ ਸੰਬੰਧ ਹੈ। ਜੇ ਘਰ ਆਉਣ ਵਿੱਚ ਕੋਈ 10 ਮਿੰਟ ਲੇਟ ਹੋ ਜਾਵੇ ਤਾਂ ਤੁਸੀਂ ਦੇਖੋ, ਅਸੀਂ ਕਦੀ ਪੋਜ਼ਿਟਿਵ ਗੱਲ ਨਹੀਂ ਸੋਚਦੇ, ਅਸੀਂ ਹਮੇਸ਼ਾ ਨੈਗੇਟਿਵ ਤੋਂ ਹੀ ਸ਼ੁਰੂ ਹੁੰਦੇ ਹਾਂ। ਨਕਾਰਾਤਮਕਤਾ ਜਿਹੜੀ ਹੈ ਉਹ ਸਾਡੀ ਊਰਜਾ ਨੂੰ ਸਾਰਾ ਹੀ ਨੈਗੇਟਿਵ ਸਾਈਡ ਦੇ ਦਿੰਦੀ ਹੈ, ਤੇ ਉਸ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਆਪਣੇ ਖਿਆਲਾਂ ਨੂੰ ਹੁਣ ਕੰਟਰੋਲ ਕਿਵੇਂ ਕਰਨਾ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਸੋਚ ਉਹਦੇ ਨਾਲ ਜੁੜਦੀ ਜਾਂਦੀ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਨਕਾਰਾਤਮਕ ਸੋਚਾਂ ਤੋਂ ਛੁਟਕਾਰਾ ਪਾਈਏ। ਅਸੀਂ ਆਪਣੇ ਆਪ ਨੂੰ ਅਜਿਹੇ ਸੁਝਾਅ ਦਈਏ, ਕਿਉਂਕਿ ਦੇਖੋ ਸਾਡਾ ਮਾਈਂਡ ਜਿਹੜਾ ਹੈ ਉਹ ਯੂਨੀਵਰਸ ਦਾ ਇੱਕ ਹਿੱਸਾ ਹੈ। ਜੋ ਵੀ ਅਸੀਂ ਸੋਚਦੇ ਹਾਂ ਉਹ ਯੂਨੀਵਰਸ ਦੇ ਵਿੱਚ ਜਾਂਦਾ ਹੈ ਤੇ ਉਹੀ ਸਾਡੇ ਕੋਲ ਵਾਪਸ ਆਉਂਦਾ ਹੈ। ਕਰਮਜੀਤ ਜੀ, ਤੁਸੀਂ ਦੇਖਿਆ ਹੋਵੇਗਾ ਕਈ ਵਾਰ ਅਜਿਹਾ ਕੁਝ ਵਾਪਰਦਾ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਇਹ ਹੋਏਗਾ। ਇਹ ਅਸਲ ਵਿੱਚ ਯੂਨੀਵਰਸ ਦੇ ਵਿੱਚ ਸਾਡੀਆਂ ਵਿਚਾਰਾਂ ਦਾ ਜਾਣਾ ਤੇ ਟਕਰਾ ਕੇ ਸਾਡੇ ਨਾਲ ਮੁੜ ਕੇ ਆਉਣਾ ਹੈ ਸਾਡੇ ਕੋਲ। ਸਾਨੂੰ ਆਪਣੇ ਆਪ ਨੂੰ ਚੰਗੇ ਸੁਝਾਅ ਦੇਣੇ ਚਾਹੀਦੇ ਹਨ, ਆਪਣੇ ਆਪ ਨੂੰ ਪੋਜ਼ਿਟਿਵ ਫੀਡਬੈਕ ਦੇਣੀ ਚਾਹੀਦੀ ਹੈ, ਆਪਣੇ ਆਪ ਦੀ ਤਾਰੀਫ ਕਰਨੀ ਚਾਹੀਦੀ ਹੈ। ਅਸੀਂ ਆਪਣੇ ਅੰਦਰ ਸਿਰਫ ਤੇ ਸਿਰਫ ਔਗੁਣ ਹੀ ਲੱਭਦੇ ਰਹਿੰਦੇ ਹਾਂ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬੱਚੇ ਅੱਜ ਕੱਲ੍ਹ ਆਪਣੀ ਖੂਬਸੂਰਤੀ ਨੂੰ ਲੈ ਕੇ ਬੜੇ ਚਿੰਤਿਤ ਰਹਿੰਦੇ ਹਨ। ਇੱਕ ਛੋਟਾ ਜਿਹਾ ਦਾਣਾ ਮੂੰਹ ਤੇ ਹੋ ਜਾਵੇ ਤਾਂ ਉਹ ਬਹੁਤ ਫਿਕਰਮੰਦ ਹੋ ਜਾਂਦੇ ਹਨ, ਜਦ ਕਿ ਇਹਦੀ ਕੋਈ ਜ਼ਰੂਰਤ ਨਹੀਂ ਹੈ। ਇਹ ਆਮ ਵਰਤਾਰਾ ਹੈ ਜ਼ਿੰਦਗੀ ਦੇ ਵਿੱਚ, ਇਹ ਹੋਣਾ ਹੀ ਹੈ। ਸਾਡੇ ਤੋਂ ਪਹਿਲਾਂ ਵੀ ਹੁੰਦਾ ਆਇਆ ਹੈ, ਅੱਗੇ ਵੀ ਹੋਏਗਾ। ਸੋ ਆਪਣੇ ਬੱਚਿਆਂ ਨੂੰ ਇਹ ਸੇਧ ਦੇਣ ਦੀ ਲੋੜ ਹੈ, ਆਪਣੇ ਆਪ ਨੂੰ ਇਹ ਸੇਧ ਦੇਣ ਦੀ ਲੋੜ ਹੈ ਕਿ ਇਹ ਛੋਟੀਆਂ-ਛੋਟੀਆਂ ਘਟਨਾਵਾਂ ਸਾਡੇ ਵਿਅਕਤੀਤਵ ਨੂੰ ਬਦਲ ਨਹੀਂ ਸਕਦੀਆਂ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਅਸੀਂ ਨਹੀਂ ਬਣੇ। ਅਸੀਂ ਆਪਣੇ ਆਪ ਵਿੱਚ ਸਮਰੱਥ ਹਾਂ। ਅਸੀਂ ਆਪਣੇ ਆਪ ਦੀ ਅਹਿਮੀਅਤ ਨੂੰ ਸਮਝੀਏ, ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਕਿ ਅਸੀਂ ਆਪਣੇ ਆਪ ਦੀ ਅਹਿਮੀਅਤ ਨੂੰ ਨਹੀਂ ਜਾਣਦੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਦੇ ਹਾਂ, ਹਰ ਵਿਅਕਤੀ ਦੀ ਅਹਿਮੀਅਤ ਨੂੰ ਸਮਝਦੇ ਹਾਂ, ਇੱਥੋਂ ਤੱਕ ਕਿ ਜਿਹੜਾ ਸਾਡੇ ਕੋਲ ਸਾਜੋ ਸਮਾਨ ਹੈ ਉਹਦੀ ਅਹਿਮੀਅਤ ਨੂੰ ਵੀ ਸਮਝਦੇ ਹਾਂ, ਪਰ ਆਪਣੀ ਅਹਿਮੀਅਤ ਨੂੰ ਨਹੀਂ ਸਮਝਦੇ। ਬਿਲਕੁਲ। ਸੋ ਬੇहद ਜ਼ਰੂਰੀ ਹੈ ਆਪਣੀ ਅਹਿਮੀਅਤ ਨੂੰ ਸਮਝਣਾ ਤੇ ਆਪਣੇ ਆਪ ਦੇ ਲਈ ਜਿਉਣਾ, ਖੁਸ਼ ਰਹਿਣਾ, ਕਿਉਂਕਿ ਜੇ ਅਸੀਂ ਖੁਸ਼ ਰਹਾਂਗੇ ਤਾਂ ਸਾਡਾ ਆਲਾ ਦੁਆਲਾ ਵੀ ਸਾਨੂੰ ਪੋਜ਼ਿਟਿਵ ਵਾਈਬਸ ਦੇਏਗਾ ਤੇ ਅਸੀਂ ਜ਼ਿੰਦਗੀ 'ਚ ਤਣਾਅ ਮੁਕਤ ਰਹਿ ਸਕਦੇ ਹਾਂ। ਬਹੁਤ ਜਲਦੀ ਅਸੀਂ ਨਿਰਾਸ਼ ਵੀ ਹੋ ਜਾਂਦੇ ਹਾਂ, ਖਾਸ ਤੌਰ ਤੇ ਬੱਚੇ ਨੇ। ਕੋਈ ਵੀ ਸਾਡੀ ਮਨਪਸੰਦ ਦਾ ਰਿਜ਼ਲਟ ਜਦੋਂ ਸਾਨੂੰ ਨਹੀਂ ਮਿਲਦਾ ਤਾਂ ਸਾਨੂੰ ਲੱਗਦਾ ਕਿ ਸਭ ਕੁਝ ਸ਼ਾਇਦ ਖਤਮ ਹੋ ਗਿਆ। ਬਹੁਤ ਛੋਟੀਆਂ ਚੀਜ਼ਾਂ, ਜੇ ਅਸੀਂ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਬਹੁਤ ਛੋਟੀਆਂ ਚੀਜ਼ਾਂ ਨੂੰ ਲੈ ਕੇ ਨਿਰਾਸ਼ ਹੋ ਜਾਂਦੇ ਨੇ ਤੇ ਜ਼ਿੰਦਗੀ 'ਚ ਕਈ ਵਾਰ ਬਹੁਤ ਵੱਡੇ ਕਦਮ ਚੁੱਕ ਲੈਂਦੇ ਨੇ। ਜੀ ਦੇਖੋ, ਮਨੋਵਿਗਿਆਨ ਇੱਕ ਚੀਜ਼ ਕਹਿੰਦਾ ਹੈ ਕਿ ਇੱਕ ਤਾਂਘ ਹੋਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਇੰਝ ਹੁੰਦਾ ਸੀ ਕਿ ਜੇ ਤੁਸੀਂ 5ਵੀਂ ਵਿੱਚੋਂ ਚੰਗੇ ਨੰਬਰ ਲਓਗੇ ਤਾਂ ਤੁਹਾਨੂੰ ਘੜੀ ਮਿਲੇਗੀ, ਜੇ ਤੁਸੀਂ 10ਵੀਂ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰੋਗੇ ਤਾਂ ਤੁਹਾਨੂੰ ਸਾਈਕਲ ਮਿਲੇਗਾ। ਪਰ ਹੁਣ ਕੀ ਹੋ ਰਿਹਾ ਹੈ, ਘਰ ਦੇ ਵਿੱਚ ਇੱਕ ਜਾਂ ਦੋ ਬੱਚੇ ਹਨ, ਬੱਚੇ ਦੇ ਚੀਜ਼ ਮੰਗਣ ਤੋਂ ਪਹਿਲਾਂ ਹੀ ਚੀਜ਼ ਹਾਜ਼ਰ ਹੋ ਜਾਂਦੀ ਹੈ। ਬੱਚੇ ਦੇ ਅੰਦਰ ਤਾਂਘ ਜਿਹੜੀ ਹੈ ਉਹ ਡਿਵੈਲਪ ਹੀ ਨਹੀਂ ਹੁੰਦੀ। ਉਸ ਨੂੰ ਕਿਸੇ ਚੀਜ਼ ਲਈ ਕੋਸ਼ਿਸ਼ ਕਰਕੇ ਪ੍ਰਾਪਤ ਕਰਨਾ ਨਹੀਂ ਆਉਂਦਾ, ਕਿਉਂਕਿ ਉਸ ਨੂੰ ਕੋਸ਼ਿਸ਼ ਕਰਕੇ ਪ੍ਰਾਪਤ ਕਰਨਾ ਨਹੀਂ ਆਉਂਦਾ ਤਾਂ ਉਸ ਨੂੰ ਆਨੰਦ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਆਨੰਦ ਦੀ ਪ੍ਰਾਪਤੀ ਤਾਂ ਹੀ ਹੁੰਦੀ ਹੈ ਜੇ ਅਸੀਂ ਕੋਸ਼ਿਸ਼ ਕਰੀਏ ਤੇ ਫਿਰ ਉਹ ਚੀਜ਼ ਸਾਨੂੰ ਮਿਲੇ। ਇਸ ਚੀਜ਼ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਬੱਚਿਆਂ ਦੇ ਅੰਦਰ ਇੱਕ ਤਾਂਘ ਜਿਹੜੀ ਹੈ ਉਹ ਡਿਵੈਲਪ ਕਰਨੀ ਪਊਗੀ, ਜਗਾਉਣੀ ਪਊਗੀ ਕਿ ਬੱਚੇ ਦੇ ਅੰਦਰ ਇੱਕ ਤਾਂਘਾ ਹੋਵੇ ਕਿ ਮੈਂ ਇਹ ਚੀਜ਼ ਕਰਨੀ ਹੈ ਤੇ ਫਿਰ ਉਸ ਨੂੰ ਮਜ਼ਾ ਆਵੇ ਉਸ ਚੀਜ਼ ਨੂੰ ਪ੍ਰਾਪਤ ਕਰਨ ਦਾ। ਛੋਟੇ ਬੱਚਿਆਂ ਲਈ ਸਾਨੂੰ ਮਨੋਵਿਗਿਆਨ ਰੀਇਨਫੋਰਸਮੈਂਟ ਨੂੰ ਮੰਨਦਾ ਹੈ। ਛੋਟੇ ਸਾਨੂੰ ਇਨਾਮ ਰੱਖਣੇ ਚਾਹੀਦੇ ਹਨ ਬੱਚੇ ਲਈ ਡੇ ਟੂ ਡੇ ਲਾਈਫ ਦੇ ਵਿੱਚ, ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਕਿ ਜੇ ਬੇਟੇ ਤੁਸੀਂ ਆਹ ਕਰੋਗੇ ਤਾਂ ਫਿਰ ਮੈਂ ਤੁਹਾਡੇ ਲਈ ਇਹ ਕਰੂੰਗੀ। ਤਾਂ ਉਸ ਤੋਂ ਬੱਚਾ ਇਹ ਸਿੱਖਦਾ ਹੈ ਕਿ ਜੇ ਮੈਂ ਚੰਗਾ ਕੰਮ ਕਰਦਾ ਹਾਂ ਤਾਂ ਮੈਨੂੰ ਇੱਕ ਟੌਫੀ ਮੰਨ ਲਓ ਖਾਣ ਨੂੰ ਮਿਲਦੀ ਹੈ ਜਾਂ ਮੈਨੂੰ ਸ਼ਾਬਾਸ਼ ਮਿਲਦੀ ਹੈ। ਜ਼ਰੂਰੀ ਨਹੀਂ ਕਿ ਕੋਈ ਅਜਿਹੀ ਚੀਜ਼ ਹੀ ਦਿੱਤੀ ਜਾਵੇ ਜਿਹਦੀ ਕੋਈ ਮਾਨਤਾ ਹੋਵੇ। ਸਿਰਫ ਇੱਕ ਸ਼ਾਬਾਸ਼ ਕਹਿ ਦੇਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਅਧਿਆਪਕ ਦਾ ਜਾਂ ਮਾਂ-ਬਾਪ ਦਾ। ਬੱਚੇ ਨੂੰ ਗਲ ਨਾਲ ਲਾਉਣਾ, ਫਿਜ਼ੀਕਲ ਟੱਚ ਜਿਹੜਾ ਹੈ ਪੋਜ਼ਿਟਿਵਲੀ ਦੇਣਾ ਮਾਂ ਲਈ ਬਹੁਤ ਜ਼ਰੂਰੀ ਹੈ।
ਹੁਣ ਸਮਾਂ ਬਦਲਣ ਦੇ ਨਾਲ ਤੁਸੀਂ ਇਹ ਦੇਖਿਆ ਹੋਵੇਗਾ ਕਿ ਮਾਵਾਂ ਕੋਲ ਵੀ ਬੱਚਿਆਂ ਲਈ ਸਮਾਂ ਨਹੀਂ ਹੈ, ਕਿਉਂਕਿ ਉਹ ਖੁਦ ਕੰਮ ਕਰਦੀਆਂ ਹਨ, ਘਰ ਦੇ ਕੰਮ ਬਹੁਤ ਹਨ, ਕੁਝ ਉਹਨਾਂ ਨੇ ਆਪਣੇ ਆਪ ਉੱਤੇ ਹੋਰ ਕੰਮ ਬਹੁਤ ਲੈ ਲਏ ਹਨ। ਜਦ ਦੀ ਔਰਤ ਨੇ ਸੋ ਕਾਲਡ ਆਜ਼ਾਦੀ ਪ੍ਰਾਪਤ ਕੀਤੀ ਹੈ, ਉਦੋਂ ਤੋਂ ਉਹ ਕਾਰ ਚਲਾਉਣ ਲੱਗ ਗਈ ਹੈ, ਸਕੂਟਰ ਚਲਾਉਣ ਲੱਗ ਗਈ ਹੈ, ਤਾਂ ਰਿਕਸ਼ੇ ਦੀ ਤੇ ਟੈਂਪੂ ਦੀ ਜਗ੍ਹਾ ਵੀ ਸ਼ਾਇਦ ਉਸਨੇ ਹੀ ਲੈ ਲਈ ਹੈ। ਉਹਦੇ ਕੰਮ ਇੰਨੇ ਵੱਧ ਗਏ ਹਨ ਕਿ ਉਹ ਜਦੋਂ ਖਿੱਚ ਜਾਂਦੀ ਹੈ, ਥੱਕ ਜਾਂਦੀ ਹੈ, ਤਾਂ ਉਹ ਖਿੱਚ ਬੱਚਿਆਂ ਤੇ ਨਿਕਲ ਜਾਂਦੀ ਹੈ ਕਿਤੇ। ਇਹ ਜਾਣਬੁੱਝ ਕੇ ਨਹੀਂ ਹੁੰਦਾ, ਅਣਜਾਣੇ ਵਿੱਚ ਹੁੰਦਾ ਹੈ, ਪਰ ਉਸਦਾ ਬੜਾ ਨਕਾਰਾਤਮਕ ਪ੍ਰਭਾਵ ਬੱਚੇ ਤੇ ਪੈਂਦਾ ਹੈ। ਸੋ ਸਾਨੂੰ ਇਸ ਚੀਜ਼ ਨੂੰ ਧਿਆਨ ਦੇਣਾ ਪਏਗਾ ਕਿ ਅਸੀਂ ਆਪਣੇ ਬੱਚੇ ਨੂੰ ਕੀ ਸਿਖਾ ਰਹੇ ਹਾਂ। ਦੇਖੋ, ਬੱਚਾ ਉਹ ਜ਼ਰੂਰ ਸਿੱਖਦਾ ਹੈ ਜੋ ਅਸੀਂ ਉਹਨੂੰ ਸਿਖਾਉਂਦੇ ਹਾਂ, ਪਰ ਬੱਚਾ ਉਹ ਵੀ ਸਿੱਖਦਾ ਹੈ ਜੋ ਅਸੀਂ ਉਹਨੂੰ ਨਹੀਂ ਸਿਖਾਉਂਦੇ। ਬਿਲਕੁਲ, ਜਿਵੇਂ ਅਸੀਂ ਦੂਜਿਆਂ ਨਾਲ ਵਿਵਹਾਰ ਕਰਦੇ ਹਾਂ, ਜਿਵੇਂ ਘਰ ਦੇ ਮੈਂਬਰ ਇੱਕ ਦੂਜੇ ਨਾਲ ਵਿਵਹਾਰ ਕਰਦੇ ਹਨ, ਜਿਵੇਂ ਅਸੀਂ ਉੱਚੀ ਆਵਾਜ਼ ਵਿੱਚ ਪਤੀ ਪਤਨੀ ਬੋਲਦੇ ਹਾਂ, ਬੱਚਾ ਉਹ ਸਾਰੀਆਂ ਚੀਜ਼ਾਂ ਦੇਖਦਾ ਹੈ, ਉਹਨਾਂ ਚੀਜ਼ਾਂ ਨੂੰ ਸਿੱਖਦਾ ਹੈ, ਉਹਨਾਂ ਨੂੰ ਗ੍ਰਹਿਣ ਕਰਦਾ ਹੈ ਤੇ ਉਹਨੂੰ ਅਪਣਾਉਂਦਾ ਵੀ ਹੈ। ਸੋ ਸਾਨੂੰ ਇੱਕ ਅਜਿਹਾ ਮਾਡਲ ਪੇਸ਼ ਕਰਨਾ ਪਏਗਾ ਬੱਚੇ ਦੇ ਸਾਹਮਣੇ ਜਿਸ ਨੂੰ ਅਗਰ ਉਹ ਫੋਲੋ ਕਰੇ ਤਾਂ ਉਹ ਉਹਦੇ ਲਈ ਸਕਾਰਾਤਮਕ ਊਰਜਾ ਪੈਦਾ ਕਰੇ। ਇਹ ਬਹੁਤ ਜ਼ਰੂਰੀ ਹੈ। ਬਿਲਕੁਲ, ਬੇहद ਜ਼ਰੂਰੀ ਹੈ ਸਾਨੂੰ ਆਪਣੇ ਵਰਤਾਅ ਨੂੰ ਬਦਲਣਾ। ਖਾਸ ਤੌਰ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਟ੍ਰੈਸ ਫਰੀ ਰਹਿਣ ਤਾਂ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਸਟ੍ਰੈਸ ਫਰੀ ਰਹਿਣਾ ਪਏਗਾ। ਸੋ ਮਾਂ-ਬਾਪ ਨੇ ਜਿਹੜੇ ਉਹ ਆਪਣੇ ਆਪ ਨੂੰ ਸਟ੍ਰੈਸ ਫਰੀ ਰੱਖਣ ਦੇ ਲਈ ਜਿਵੇਂ ਅਸੀਂ ਕਹੀਏ ਕਿ ਬਹੁਤੀਆਂ ਉਮੀਦਾਂ ਬੱਚਿਆਂ ਤੋਂ ਨਾ ਲਾਉਣ, ਜਾਂ ਇਸ ਤੋਂ ਇਲਾਵਾ ਉਹ ਕੀ ਇਸ ਤਰ੍ਹਾਂ ਦੇ ਆਪਣੇ ਛੋਟੇ-ਛੋਟੇ ਕੰਮਾਂ 'ਚ ਜਾਂ ਆਪਣੇ ਵਿਚਾਰਾਂ 'ਚ ਜਾਂ ਆਪਣੇ ਬਿਹੇਵੀਅਰ 'ਚ ਬਦਲਾਅ ਕਰ ਸਕਦੇ ਨੇ ਜਿਸ ਨਾਲ ਕਿ ਉਹਨਾਂ ਦਾ ਪੋਜ਼ਿਟਿਵ ਪ੍ਰਭਾਵ ਹੈ ਜਿਹੜਾ ਉਹ ਬੱਚਿਆਂ ਤੇ ਪਵੇ। ਜੀ, ਮੈਂ ਅਕਸਰ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ ਦੇ ਵਿੱਚ ਇਸ ਸੰਬੰਧੀ ਆਰਟੀਕਲ ਲਿਖਦੀ ਹਾਂ, ਮੋਟੀਵੇਸ਼ਨਲ ਛੋਟੇ-ਛੋਟੇ ਲਲਿਤ ਨਿਬੰਧ। ਉਸ ਦਾ ਮਕਸਦ ਮੇਰਾ ਸਿਰਫ ਇਹੀ ਹੁੰਦਾ ਹੈ ਕਿ ਜੇ ਦਿਨ ਵਿੱਚ ਇੱਕ ਚੰਗਾ ਵਿਚਾਰ ਤੁਹਾਡੀਆਂ ਨਜ਼ਰਾਂ ਵਿੱਚ ਪੈ ਜਾਵੇ ਤਾਂ ਉਹ ਕਈ ਵਾਰ ਕਿਤੇ ਅਸਰ ਕਰ ਜਾਂਦਾ ਹੈ। ਜਿਵੇਂ ਪਿੱਛੇ ਜੇ ਮੈਂ ਇੱਕ ਵਾਰ ਲਿਖਿਆ ਕਿ ਬੱਚੇ ਨੂੰ ਡਿੱਗਣਾ ਵੀ ਸਿਖਾਉਣਾ ਜ਼ਰੂਰੀ ਹੈ, ਬਹੁਤ ਪਸੰਦ ਕੀਤਾ ਗਿਆ, ਕਿਉਂਕਿ ਅਸੀਂ ਆਪਣੇ ਬੱਚੇ ਨੂੰ ਹਾਰਨਾ ਤਾਂ ਸਿਖਾ ਹੀ ਨਹੀਂ ਰਹੇ। ਫਿਰ ਜਦੋਂ ਹਾਰ ਹੁੰਦੀ ਹੈ ਤਾਂ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ। ਜਿਵੇਂ ਤੁਸੀਂ ਕਿਹਾ ਕਿ ਬੱਚੇ ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਵੱਡੇ ਕਦਮ ਚੱਕ ਲੈਂਦੇ ਹਨ, ਉਹਦਾ ਕਾਰਨ ਇਹੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਇਹ ਨਹੀਂ ਸਿਖਾਉਂਦੇ ਕਿ ਜੇ ਤੁਸੀਂ ਕਿਸੇ ਕੰਮ ਨੂੰ ਕਰਨ ਵਿੱਚ ਅਸਫਲ ਰਹਿ ਜਾਂਦੇ ਹੋ ਤਾਂ ਇਹ ਕੋਈ ਬਹੁਤ ਬੁਰੀ ਗੱਲ ਨਹੀਂ ਹੈ। ਇਸ ਨਾਲ ਤੁਸੀਂ ਸਾਰੀ ਜ਼ਿੰਦਗੀ ਲਈ ਹਾਰ ਨਹੀਂ ਗਏ, ਤੁਸੀਂ ਦੁਬਾਰਾ ਤੋਂ ਕੋਸ਼ਿਸ਼ ਕਰਨੀ ਹੈ, ਫਿਰ ਜਿੱਤ ਪ੍ਰਾਪਤ ਕਰੋਗੇ। ਪਰ ਕਿਉਂਕਿ ਅਸੀਂ ਆਪਣੇ ਬੱਚੇ ਨੂੰ ਇਹ ਗੱਲ ਸਿਖਾਈ ਹੀ ਨਹੀਂ ਤਾਂ ਉਹ ਛੋਟੀ ਜਿਹੀ ਅਸਫਲਤਾ ਨੂੰ ਵੀ ਦਿਲ ਤੇ ਲਾ ਬੈਠਦਾ ਹੈ ਤੇ ਨਿਰਾਸ਼ਾ ਵਿੱਚ ਕਈ ਵਾਰ ਅਜਿਹੇ ਕਦਮ ਚੱਕ ਲੈਂਦਾ ਹੈ ਜੋ ਜ਼ਿੰਦਗੀ ਤੇ ਭਾਰੀ ਸਾਬਤ ਹੁੰਦੇ ਹਨ। ਸੋ ਅਜਿਹੇ ਕਦਮ ਕਈ ਵਾਰ ਜ਼ਿੰਦਗੀ 'ਚ ਅੱਗੇ ਜਾ ਕੇ ਬਹੁਤ ਨਕਾਰਾਤਮਕ ਪ੍ਰਭਾਵ ਵੀ ਦਿੰਦੇ ਨੇ ਤੇ ਬਹੁਤ ਗੂੜੀ ਛਾਪ ਵੀ ਛੱਡ ਜਾਂਦੇ ਨੇ। ਸੋ ਬੇहद ਜ਼ਰੂਰੀ ਹੈ ਖਾਸ ਤੌਰ ਤੇ ਮਾਂ-ਬਾਪ ਦਾ ਆਪਣੇ ਵਿਚਾਰਾਂ ਨੂੰ, ਆਪਣੇ ਬਿਹੇਵੀਅਰ ਨੂੰ ਬਦਲਣਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਟ੍ਰੈਸ ਫਰੀ ਰਹਿਣ। ਸੋ ਮੈਮ, ਤੁਸੀਂ ਲਿਖਦੇ ਵੀ ਹੋ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਬਹੁਤ ਸਾਰੇ ਆਰਟੀਕਲ ਨੇ ਜਿਹੜੇ ਉਹ ਬੱਚਿਆਂ ਨੂੰ ਮੋਟੀਵੇਸ਼ਨ ਦੇਣ ਦੇ ਲਈ ਲਿਖੇ ਗਏ ਨੇ। ਪਿੱਛੇ ਜੇ ਅਸੀਂ ਹੁਣੇ ਦੇਖਿਆ ਕਿ ਕਰੋਨਾ ਕਾਲ 'ਚੋਂ ਅਸੀਂ ਲੰਘ ਕੇ ਹਟੇ ਹਾਂ, ਹਾਲੇ ਵੀ ਅਸੀਂ ਉਸ ਤੋਂ ਚੰਗੀ ਤਰ੍ਹਾਂ ਉੱਭਰੇ ਨਹੀਂ ਹਾਂ, ਪਰ ਉਸ ਸਮੇਂ ਦੌਰਾਨ ਲੋਕ ਬਹੁਤ ਤਣਾਅ 'ਚ ਰਹੇ ਨੇ ਤੇ ਤੁਸੀਂ ਆਨਲਾਈਨ ਪਲੇਟਫਾਰਮਸ ਜ਼ਰੀਏ ਵੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਹੋ, ਉਹਨਾਂ ਨੂੰ ਜਾਗਰੂਕ ਕਰਦੇ ਰਹੇ ਹੋ। ਸੋ ਕਿਸ ਤਰ੍ਹਾਂ ਦਾ ਤਣਾਅ ਸੀ ਉਹ ਤੇ ਉਹਨਾਂ 'ਚੋਂ ਉੱਭਰਨ ਦੇ ਲਈ ਤੁਸੀਂ ਕਿੱਦਾਂ ਦੀ ਸਲਾਹ ਦਿੱਤੀ ਹੈ ਉਹਨਾਂ ਨੂੰ, ਕਿਹੜੇ-ਕਿਹੜੇ ਮਾਧਿਅਮਾਂ ਦੇ ਜ਼ਰੀਏ? ਜੀ ਬਿਲਕੁਲ, ਕਰੋਨਾ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਰਿਹਾ ਕਿਉਂਕਿ ਅਸੀਂ ਇੱਕ ਤਰ੍ਹਾਂ ਨਾਲ ਘਰਾਂ ਵਿੱਚ ਬੰਦ ਹੋ ਗਏ। ਸਪੈਸ਼ਲੀ ਬੱਚੇ ਜਿਹੜੇ ਕਿ ਖੇਡਣ ਖਾਣ ਦੀ ਉਮਰ ਦੇ ਵਿੱਚ, ਸਕੂਲ ਜਾਣ ਦੀ ਉਮਰ ਦੇ ਵਿੱਚ ਘਰਾਂ ਵਿੱਚ ਬੰਦ ਹੋ ਗਏ। ਉਸ ਸਮੇਂ ਦੌਰਾਨ ਦੂਰਦਰਸ਼ਨ ਵੱਲੋਂ ਸਾਨੂੰ ਇੱਕ ਬਹੁਤ ਵਧੀਆ ਓਪਰਚੁਨਿਟੀ ਦਿੱਤੀ ਗਈ ਕਿ ਅਸੀਂ ਆਪਣੇ ਲੈਸਨਸ ਜਿਹੜੇ ਸੀ, ਆਪਣੇ ਸਿਲੇਬਸ ਦੇ ਪਾਠ, ਉਹਨਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਬਣਾ ਕੇ ਦੂਰਦਰਸ਼ਨ ਤੋਂ ਪ੍ਰਸਾਰਿਤ ਕੀਤੇ। ਇਹ ਸਾਨੂੰ ਦੂਰਦਰਸ਼ਨ ਨੇ ਇੱਕ ਬਹੁਤ ਵਧੀਆ ਮੌਕਾ ਦਿੱਤਾ ਜਿਸ 'ਚ ਅਸੀਂ ਬੱਚਿਆਂ ਨਾਲ ਲਗਾਤਾਰਤਾ ਨਾਲ ਜੁੜੇ ਰਹੇ। ਸ਼ਾਇਦ ਇਸ ਕਰਕੇ ਵੀ ਬੱਚਿਆਂ ਨੂੰ ਤਣਾਅ ਇੰਨਾ ਨੁਕਸਾਨ ਨਹੀਂ ਪਹੁੰਚਾ ਸਕਿਆ ਕਿਉਂਕਿ ਬੱਚੇ ਟੀਵੀ ਤੇ ਆਪਣੇ ਟੀਚਰਸ ਨੂੰ ਵੀ ਦੇਖਦੇ ਸੀਗੇ ਤੇ ਉਹਨਾਂ ਪ੍ਰੋਗਰਾਮਸ ਦੇ ਵਿੱਚ ਆਪਣਾ ਸਿਲੇਬਸ ਵੀ ਪੜ੍ਹਦੇ ਸੀਗੇ ਔਰ ਬੱਚਿਆਂ ਨੇ ਬਹੁਤ ਪਸੰਦ ਵੀ ਕੀਤਾ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਰਹੀ ਕਿ ਬੱਚਿਆਂ ਨਾਲ ਜੁੜਨ ਦੇ ਵਿੱਚ ਸਹਾਈ ਹੋਏ ਕਿਉਂਕਿ ਸਵੇਰੇ 9 ਵਜੇ ਤੋਂ ਲੈ ਕੇ ਲਗਾਤਾਰ ਚੱਲਦੇ ਸਨ ਪ੍ਰੋਗਰਾਮ ਹਰ ਇੱਕ ਸਬਜੈਕਟ ਦੇ ਨਾਲ ਰਿਲੇਟਡ ਤੇ ਫਿਰ ਬੱਚੇ ਉਸ ਨੂੰ ਦੇਖਦੇ ਸਨ ਤਾਂ ਬੱਚਿਆਂ ਦਾ ਸਮਾਂ ਵੀ ਸੋਹਣਾ ਲੰਘ ਜਾਂਦਾ ਸੀ ਤੇ ਉਹਨਾਂ ਨੂੰ ਇੱਕ ਸਕੂਲ ਵਾਲੀ ਫੀਲਿੰਗ ਵੀ ਕਿਤੇ ਨਾ ਕਿਤੇ ਆਉਂਦੀ ਸੀਗੀ। ਬਿਲਕੁਲ, ਉਹਦੇ ਨਾਲ ਬਹੁਤ ਫਰਕ ਪਿਆ। ਫਿਰ ਅਸੀਂ ਹੋਰ ਵੀ ਕਈ ਆਨਲਾਈਨ ਚੈਨਲਸ ਨਾਲ ਟਾਈ ਅਪ ਕੀਤਾ ਬਟ ਜੋ ਹੈਲਪ ਸਾਡੀ ਦੂਰਦਰਸ਼ਨ ਨੇ ਕੀਤੀ ਜਾਂ ਜੋ ਮਦਦ ਦੂਰਦਰਸ਼ਨ ਕਰ ਸਕਿਆ ਉਹ ਤਾਂ ਖੈਰ ਨਹੀਂ ਹੋ ਸਕੀ ਕਿਸੇ ਵੀ ਹੋਰ ਤਰੀਕੇ ਤੋਂ। ਆਨਲਾਈਨ ਕਲਾਸਿਸ ਨਾਲੋਂ ਵੀ ਜ਼ਿਆਦਾ ਇਹ ਇਫੈਕਟਿਵ ਰਿਹਾ। ਆਨਲਾਈਨ ਕਲਾਸਿਸ ਦੇ ਵਿੱਚ ਵੀ ਇਹ ਪ੍ਰੋਬਲਮ ਹੁੰਦੀ ਸੀ ਕਿ ਬੱਚੇ ਕੋਲ ਕਈ ਵਾਰੀ
ਫੋਨ ਦੀ ਅਵੇਲੇਬਿਲਿਟੀ ਨਹੀਂ ਹੈ ਜਾਂ ਡਾਟਾ ਨਹੀਂ ਹੈ, ਪਰ ਟੀਵੀ ਦੇ ਵਿੱਚ ਇਹ ਦਿੱਕਤ ਨਹੀਂ ਸੀਗੀ। ਤੇ ਟੀਵੀ ਤਾਂ ਜਿਵੇਂ ਆਪਾਂ ਜਾਣਦੇ ਹਾਂ ਤਕਰੀਬਨ ਹਰ ਘਰ ਦੇ ਵਿੱਚ ਹੁੰਦਾ ਹੀ ਹੈ, ਜਾਂ ਬੱਚੇ ਕਿਸੇ ਇੱਕ ਘਰ 'ਚ ਬੈਠ ਕੇ ਵੀ ਦੇਖ ਲੈਂਦੇ ਸੀ ਕਿਉਂਕਿ ਡੇ ਟਾਈਮ 'ਚ ਆਉਂਦਾ ਸੀ, ਤਾਂ ਸਾਨੂੰ ਉਹ ਬਹੁਤ ਹੈਲਪਫੁਲ ਰਿਹਾ। ਲਿਖਦੇ ਹੋ ਤੁਸੀਂ ਤੇ ਇੱਕ ਕਿਤਾਬ ਵੀ ਤੁਸੀਂ ਲਿਖੀ ਹੈ, ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ। ਜੀ, ਮੈਂ ਕਵਿਤਾ ਲਿਖਦੀ ਹਾਂ ਪੰਜਾਬੀ ਵਿੱਚ ਤੇ ਹਿੰਦੀ ਵਿੱਚ ਜੀ। ਮੋਟੀਵੇਸ਼ਨਲ ਲੇਖ ਲਿਖਦੀ ਹਾਂ ਜਾਂ ਸਮਾਜਿਕ ਵਰਤਾਰਿਆਂ ਬਾਰੇ ਲਿਖਦੀ ਹਾਂ ਜੋ ਵੀ ਵਾਪਰ ਰਿਹਾ ਹੁੰਦਾ ਹੈ ਆਪਣੇ ਆਲੇ ਦੁਆਲੇ ਵਿੱਚ। ਮੇਰੀ ਇੱਕ ਪੁਸਤਕ ਛਪ ਚੁੱਕੀ ਹੈ ਅੰਤਰਨਾਦ, ਕੁਝ ਕਾਵ ਸੰਗ੍ਰਹਿ ਨੇ ਜਿੱਦਾਂ ਸਾਗਰ ਕੀ ਲਹਿरें ਜਿਸ ਵਿੱਚ ਮੇਰੀਆਂ ਕਵਿਤਾਵਾਂ ਛਪੀਆਂ ਹਨ, ਮੈਗਜ਼ੀਨਸ ਦੇ ਵਿੱਚ ਛਪਦਾ ਰਹਿੰਦਾ ਹੈ। ਨਵਾਂ ਜ਼ਮਾਨਾ ਦੇ ਵਿੱਚ ਮੇਰੀਆਂ ਕਵਿਤਾਵਾਂ ਛਪ ਚੁੱਕੀਆਂ ਹਨ। ਕਾਵ ਲੋਕ ਲਖਵਿੰਦਰ ਜੌਲ ਜੀ ਇੱਕ ਮੈਗਜ਼ੀਨ ਕੱਢਦੇ ਹਨ, ਉਹਦੇ ਵਿੱਚ ਛਪਦੀ ਹੈ ਆਪਣੀ ਆਵਾਜ਼ ਵਿੱਚ। ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਸਮਾਜ ਦੀਆਂ ਸਮੱਸਿਆਵਾਂ ਦੇ ਨਾਲ, ਸਮਾਜਿਕ ਵਰਤਾਰਿਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਭਾਵਨਾਵਾਂ ਹਨ ਉਸ 'ਤੇ ਹੀ ਕਵਿਤਾ ਲਿਖਾਂ, ਤਾਂ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਨੂੰ ਸਮਝਣ ਵਿੱਚ, ਆਪਣੇ ਆਪ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ। ਮੇਰੀ ਮਨੋਵਿਗਿਆਨ ਦੀ ਪੜ੍ਹਾਈ ਮੈਨੂੰ ਇਹੀ ਸਿਖਾਉਂਦੀ ਹੈ ਕਿ ਮਨੁੱਖ ਨੂੰ ਆਪਣੇ ਆਪ ਨੂੰ ਸਮਝਣ ਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਸਮਝ ਲੈਂਦੇ ਹਾਂ ਤਾਂ ਸਮੱਸਿਆਵਾਂ ਆਪਣੇ ਆਪ ਸੁਲਝ ਜਾਂਦੀਆਂ ਹਨ। ਜੀ, ਸੋ ਤੁਹਾਡੀਆਂ ਲਿਖਤਾਂ ਦੇ ਲਈ ਕੀ ਤੁਹਾਨੂੰ ਕਦੇ ਕੋਈ ਸਨਮਾਨ ਵੀ ਮਿਲਿਆ? ਜੀ, ਮੇਰੀ ਪੁਸਤਕ ਨੂੰ ਸਾਹਿਤਕ ਏਕਮ ਸਨਮਾਨ ਮਿਲਿਆ। ਗਾਹੇ ਬਗਾਹੇ ਸਨਮਾਨ ਮਿਲਦੇ ਰਹਿੰਦੇ ਹਨ, ਮਾਣ ਬਹੁਤ ਮਿਲਿਆ। ਲੋਕ ਪਸੰਦ ਕਰਦੇ ਹਨ, ਪਾਠਕ ਪਸੰਦ ਕਰਦੇ ਹਨ, ਇਹੀ ਸਭ ਤੋਂ ਵੱਡਾ ਸਨਮਾਨ ਹੈ। ਬਿਲਕੁਲ, ਜਦੋਂ ਅਸੀਂ ਲੋਕਾਂ ਦੇ ਦਿਲਾਂ ਨਾਲ ਜੁੜੀਆਂ ਹੋਈਆਂ, ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਲਿਖਦੇ ਹਾਂ ਤਾਂ ਉਹਨੂੰ ਪਾਠਕ ਜ਼ਰੂਰ ਪਸੰਦ ਕਰਦੇ ਨੇ। ਸੋ ਤੁਹਾਡੀਆਂ ਕਵਿਤਾਵਾਂ 'ਚੋਂ ਇਹੀ ਗੱਲਾਂ ਝਲਕਦੀਆਂ ਨੇ। ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਖਾਸ ਤੌਰ 'ਤੇ ਤਣਾਅ ਮੁਕਤ ਰਹਿਣ ਦੇ ਲਈ? ਜੀ, ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਆਪਾਂ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ। ਆਪਣੇ ਆਪ ਨੂੰ ਖੁਸ਼ ਰੱਖੋ। ਜਦੋਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋਗੇ ਤਾਂ ਤੁਸੀਂ ਦੂਜਿਆਂ ਨੂੰ ਵੀ ਖੁਸ਼ ਕਰ ਸਕਦੇ ਹੋ। ਆਪਣੇ ਆਪ ਨੂੰ ਖੁਸ਼ ਰੱਖਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਵਾਰਥੀ ਹੋ ਜਾਓ। ਆਪਣੇ ਆਪ ਨੂੰ ਖੁਸ਼ ਰੱਖਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਲਈ ਵੀ ਕੁਝ ਕਰੋ, ਆਪਣਾ ਖਿਆਲ ਰੱਖੋ, ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖੋ, ਕਿਉਂਕਿ ਜੇਕਰ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਹੋ ਤਾਂ ਹੀ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ। ਤਣਾਅ ਤੋਂ ਬਚੋ, ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਸੰਭਵ ਹੈ। ਜੋ ਸੰਭਵ ਨਹੀਂ ਹੈ ਜਾਂ ਜੋ ਤੁਹਾਡੇ ਤੋਂ ਨਹੀਂ ਹੁੰਦਾ, ਉਸ ਪਿੱਛੇ ਆਪਣੀ ਜ਼ਿੰਦਗੀ ਨੂੰ ਨਾ ਗਵਾਓ। ਕੋਈ ਗੱਲ ਨਹੀਂ ਜੇ ਇੱਕ ਚੀਜ਼ ਨਹੀਂ ਹੁੰਦੀ, ਦੂਜਾ ਟੀਚਾ ਹੈ। ਦੇਰ ਇਜ਼ ਆਲਵੇਜ਼ ਅ ਨੈਕਸਟ ਟਾਈਮ, ਜਿਵੇਂ ਕਹਿੰਦੇ ਹਨ। ਆਪਣੇ ਗੋਲ ਵੀ ਇੱਦਾਂ ਬਣਾ ਕੇ ਚੱਲੋ, A ਗੋਲ, B ਗੋਲ, C ਗੋਲ। ਜੇ ਇੱਕ ਅਚੀਵ ਨਹੀਂ ਹੁੰਦਾ ਤਾਂ ਦੂਜਾ ਹੋ ਜਾਂਦਾ ਹੈ। ਤੇ ਪੇਰੈਂਟਸ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਆਪਣੇ ਬੱਚਿਆਂ ਤੋਂ ਉਮੀਦਾਂ ਜ਼ਰੂਰ ਲਾਓ, ਪਰ ਇਸ ਤਰ੍ਹਾਂ ਦੀਆਂ ਨਾ ਲਾਓ ਕਿ ਉਹਨਾਂ ਤੇ ਉਹ ਬੋਝ ਬਣ ਜਾਣ। ਉਹਨਾਂ ਦਾ ਖਿਆਲ ਰੱਖੋ। ਜੀ, ਸੋ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ, ਸਾਡੇ ਦਰਸ਼ਕਾਂ ਨੂੰ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਕਿ ਉਹ ਕਿਵੇਂ ਸਟ੍ਰੈਸ ਫ੍ਰੀ ਲਾਈਫ ਜੀ ਸਕਦੇ ਨੇ, ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਕੇ ਤੇ ਆਪਣੇ ਆਪ ਨਾਲ ਪਿਆਰ ਕਰਕੇ। ਸੋ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।